हेलो स्टूडेंट्स, अज आप क्लास BA समैसटर 3 BA ऑनर्स स्कूल इन इकनॉमिक्स समैसटर 1 दा टॉपिक टैक्नीकल एट्रीब्यूट्स ऑफ प्रोपेंसिटी टू कंज्यूम ਜਾਂ फीचर्स ऑफ कंजम्पशन फंक्शन पढ़ांगे। फीचर्स ऑफ कंजम्पशन फंक्शन, फंक्शनल रिलेशनशिप बिटवीन कंजम्पशन एंड इनकम इज कॉल्ड कंजम्पशन फंक्शन। ਜਾਂ ਇਨਕਮ ਦੇ ਡਿਫਰੈਂਟ ਲੈਵਲਸ ਦੇ ਉੱਤੇ ਕੰਜੰਪਸ਼ਨ ਦੇ ਡਿਫਰੈਂਟ ਲੈਵਲ ਨੂੰ ਸ਼ੋਅ ਕਰਨ ਵਾਲੇ ਸ਼ੈਡਿਊਲ ਨੂੰ ਪ੍ਰੋਪੈਂਸਿਟੀ ਟੂ ਕੰਜ਼ਿਊਮ ਜਾਂ ਕੰਜੰਪਸ਼ਨ ਫੰਕਸ਼ਨ ਕਿਹਾ ਜਾਂਦਾ ਹੈ। ਪ੍ਰੋਪੈਂਸਿਟੀ ਟੂ ਕੰਜ਼ਿਊਮ ਜਾਂ ਕੰਜੰਪਸ਼ਨ ਫੰਕਸ਼ਨ ਦੀਆਂ ਦੋ ਵਿਸ਼ੇਸ਼ਤਾਵਾਂ ਪਾਈਆਂ ਜਾਂਦੀਆਂ, ਦੋ ਫੀਚਰਸ ਹੈ APC ਤੇ MPC। APC ਹੈ ਐਵਰੇਜ ਪ੍ਰੋਪੈਂਸਿਟੀ ਟੂ ਕੰਜ਼ਿਊਮ, MPC ਹੈ ਮਾਰਜਨਲ ਪ੍ਰੋਪੈਂਸਿਟੀ ਟੂ ਕੰਜ਼ਿਊਮ। APC ਨੂੰ ਪਤਾ ਕਰਨ ਵਾਸਤੇ C/Y ਕੀਤਾ ਜਾਂਦਾ ਹੈ। APC ਇਜ਼ ਇਕੁਅਲ ਟੂ C/Y। ਕੰਜੰਪਸ਼ਨ ਨੂੰ ਇਨਕਮ ਦੇ ਨਾਲ ਡਿਵਾਈਡ ਕੀਤਾ ਜਾਂਦਾ ਹੈ। ਕੰਜੰਪਸ਼ਨ ਤੇ ਇਨਕਮ ਦੀ ਰੇਸ਼ੋ ਨੂੰ APC ਕਿਹਾ ਜਾਂਦਾ ਹੈ। ਇਹ ਇਨਕਮ ਹੈ ਜਿਹੜੀ ਡਿਸਪੋਜ਼ੇਬਲ ਇਨਕਮ ਹੈ। ਕੰਜੰਪਸ਼ਨ ਤੇ ਇਨਕਮ ਦੀ ਰੇਸ਼ੋ ਨੂੰ ਐਵਰੇਜ ਪ੍ਰੋਪੈਂਸਿਟੀ ਟੂ ਕੰਜ਼ਿਊਮ ਕਿਹਾ ਜਾਂਦਾ ਹੈ। ਮਾਰਜਨਲ ਪ੍ਰੋਪੈਂਸਿਟੀ ਟੂ ਕੰਜ਼ਿਊਮ ਚੇਂਜ ਇਨ ਕੰਜੰਪਸ਼ਨ ਤੇ ਚੇਂਜ ਇਨ ਇਨਕਮ ਦੀ ਰੇਸ਼ੋ ਨੂੰ MPC ਕਿਹਾ ਜਾਂਦਾ ਹੈ। ਇਨਕਮ ਦੇ ਚੇਂਜ ਹੋਣ ਨਾਲ ਕੰਜੰਪਸ਼ਨ ਦੇ ਵਿੱਚ ਜਿਹੜਾ ਚੇਂਜ ਆਉਂਦਾ ਹੈ ਉਸ ਨੂੰ MPC ਕਿਹਾ ਜਾਂਦਾ ਹੈ, ਮਾਰਜਨਲ ਪ੍ਰੋਪੈਂਸਿਟੀ ਟੂ ਕੰਜ਼ਿਊਮ ਕਿਹਾ ਜਾਂਦਾ ਹੈ। ਪਹਿਲਾਂ ਆਪਾਂ ਪੜ੍ਹਦੇ ਹਾਂ APC ਕੀ ਹੁੰਦਾ ਹੈ। APC ਹੈ ਐਵਰੇਜ ਪ੍ਰੋਪੈਂਸਿਟੀ ਟੂ ਕੰਜ਼ਿਊਮ। ਕੰਜੰਪਸ਼ਨ ਨੂੰ ਇਨਕਮ ਨਾਲ ਡਿਵਾਈਡ ਕਰਕੇ ਪਤਾ ਲੱਗਦੀ ਹੈ। ਕੰਜੰਪਸ਼ਨ ਤੇ ਇਨਕਮ ਦੀ ਰੇਸ਼ੋ ਨੂੰ ਐਵਰੇਜ ਪ੍ਰੋਪੈਂਸਿਟੀ ਟੂ ਕੰਜ਼ਿਊਮ ਕਿਹਾ ਜਾਂਦਾ ਹੈ। ਹੁਣ ਆਪਾਂ ਇਸ ਨੂੰ ਡਾਇਗਰਾਮ ਨਾਲ ਐਕਸਪਲੇਨ ਕਰਦੇ ਹਾਂ। ਮੰਨ ਲਓ ਇਹ ਕੰਜੰਪਸ਼ਨ ਕਰਵ ਹੈ, C0C ਕੰਜੰਪਸ਼ਨ ਕਰਵ ਹੈ। ਇਸ ਕਰਵ ਦੇ ਕਿਸੇ ਵੀ ਪੁਆਇੰਟ 'ਤੇ ਆਪਾਂ ਐਵਰੇਜ ਪ੍ਰੋਪੈਂਸਿਟੀ ਟੂ ਕੰਜ਼ਿਊਮ ਦਾ ਪਤਾ ਕਰਨਾ ਹੈ। ਤਾਂ ਇਹਨੂੰ ਪਤਾ ਕਰਨ ਵਾਸਤੇ ਪਹਿਲਾਂ OX ਐਕਸਿਸ 'ਤੇ ਪਰਸਨਲ ਡਿਸਪੋਜ਼ੇਬਲ ਇਨਕਮ ਲਵਾਂਗੇ ਇੱਥੇ, ਅਤੇ Y ਐਕਸਿਸ 'ਤੇ ਪ੍ਰਾਈਵੇਟ ਕੰਜੰਪਸ਼ਨ ਐਕਸਪੈਂਡੀਚਰ ਨੂੰ ਸ਼ੋਅ ਕੀਤਾ ਜਾ ਰਿਹਾ ਜਾਂ ਕੰਜੰਪਸ਼ਨ ਇੱਥੇ ਆਪਾਂ ਲਿਆ ਹੈ। C ਕਰਵ ਹੈ ਜਿਹੜਾ ਇਹ ਕੰਜੰਪਸ਼ਨ ਕਰਵ ਹੈ। C0C ਕਰਵ ਕੰਜੰਪਸ਼ਨ ਕਰਵ ਹੈ। ਤਾਂ ਇਸ 'ਤੇ ਆਪਾਂ APC ਦਾ ਪਤਾ ਕਰਨਾ ਹੈ। ਕਿਸੇ ਵੀ ਪੁਆਇੰਟ 'ਤੇ ਜੇ APC ਦਾ ਪਤਾ ਕਰਨਾ ਹੈ ਤਾਂ ਇੱਥੇ ਜਿੰਨੀ ਇਨਕਮ ਹੈ, ਇਨਕਮ ਅਤੇ ਕੰਜੰਪਸ਼ਨ ਜਿੰਨਾ ਵੀ ਇੱਥੇ ਦਿੱਤਾ ਹੋਇਆ ਉਸ ਨੂੰ ਆਪਾਂ ਇੱਕ ਦੂਜੇ ਨਾਲ ਡਿਵਾਈਡ ਕਰਾਂਗੇ। ਮੰਨ ਲਓ Y0 ਇਨਕਮ ਹੈ, ਇਨਕਮ ਦਾ ਲੈਵਲ OY0 ਹੈ। OY0 ਦੇ ਉੱਤੇ ਕੰਜੰਪਸ਼ਨ ਦਾ ਲੈਵਲ ਹੈ ਜਿਹੜਾ ਉਹ ਹੈਗਾ C1Y0। ਤਾਂ ਆਪਾਂ APC ਪਤਾ ਕਰਨਾ, ਤਾਂ APC ਪਤਾ ਕਰਨ ਵਾਸਤੇ C1Y0 ਅਪੋਨ OY0 ਕਰਾਂਗੇ। APC ਇਜ਼ ਇਕੁਅਲ ਟੂ C1Y0 ਅਪੋਨ OY0। ਤਾਂ ਇਸ ਤਰ੍ਹਾਂ ਨਾਲ ਆਪਾਂ ਨੂੰ APC ਦਾ ਪਤਾ ਲੱਗ ਜੂਗਾ। ਪਰਪੈਂਡੀਕੂਲਰ ਬਟਾ ਬੇਸ ਕਰਕੇ ਆਪਾਂ ਇਹਨੂੰ ਪਤਾ ਕਰ ਸਕਦੇ ਹਾਂ। APC 1 ਤੋਂ ਘੱਟ ਅਤੇ 0 ਤੋਂ ਜ਼ਿਆਦਾ ਹੁੰਦੀ ਹੈ। ਆਪਾਂ ਇਹ ਜਾਣਦੇ ਹਾਂ ਕਿ ਹਰੇਕ ਕੰਜ਼ਿਊਮਰ ਜਾਂ ਹਰੇਕ ਕੰਜ਼ਿਊਮਰ ਦਾ ਇਹ ਆਦਤ ਹੁੰਦੀ ਹੈ, ਸੁਭਾਅ ਹੁੰਦਾ ਉਹਦਾ ਕਿ ਇਨਕਮ ਦੇ ਦੋ ਹਿੱਸੇ ਹੁੰਦੇ ਕਰਦਾ ਉਹ ਆਪਣੀ ਇਨਕਮ ਦੇ C+S। S ਅਤੇ I ਇੱਕ ਦੂਜੇ ਦੇ ਬਰਾਬਰ ਹੀ ਹੁੰਦੇ ਆ। ਇੱਕ ਕੰਜ਼ਿਊਮਰ ਦੀ ਇਨਕਮ ਨੂੰ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਹੈ, ਕੰਜੰਪਸ਼ਨ ਅਤੇ ਸੇਵਿੰਗ। ਇਸ ਕਰਕੇ ਕੰਜ਼ਿਊਮਰ ਸਾਰੀ ਇਨਕਮ ਨੂੰ ਨਾ ਤਾਂ ਖਰਚ ਕਰਦਾ ਹੈ ਨਾ ਹੀ ਸੇਵਿੰਗ ਕਰਦਾ ਹੈ। ਉਹ ਖਰਚ ਵੀ ਕਰਦਾ ਹੈ, ਕੰਜੰਪਸ਼ਨ ਐਕਸਪੈਂਡੀਚਰ ਵੀ ਕਰਦਾ ਹੈ ਅਤੇ ਸੇਵਿੰਗ ਵੀ ਕਰਦਾ ਹੈ। ਇਸ ਇਨਕਮ ਨੂੰ ਦੋਨਾਂ ਹਿੱਸਿਆਂ ਦੇ ਵਿੱਚ ਡਿਵਾਈਡ ਕਰ ਦਿੰਦਾ ਹੈ। ਇਸ ਕਰਕੇ ਹਰੇਕ ਕੰਜ਼ਿਊਮਰ ਦੀ APC ਹੈ ਜਿਹੜੀ ਉਹ 1 ਤੋਂ ਘੱਟ ਅਤੇ 0 ਤੋਂ ਜ਼ਿਆਦਾ ਹੁੰਦੀ ਹੈ। ਜੇ ਕਦੇ ਇਹ APC 0 ਦੇ ਬਰਾਬਰ ਹੋਵੇ, APC ਇਜ਼ ਇਕੁਅਲ ਟੂ 0, ਜੇ 0 ਦੇ ਬਰਾਬਰ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਕੰਜ਼ਿਊਮਰ ਆਪਣੀ ਸਾਰੀ ਇਨਕਮ ਨੂੰ ਸੇਵ ਕਰ ਰਿਹਾ, ਉਹ ਕੰਜੰਪਸ਼ਨ ਦੇ ਉੱਤੇ ਖਰਚਾ ਨਹੀਂ ਕਰ ਰਿਹਾ। ਮੰਨ ਲਓ ਇੱਕ ਕੰਜ਼ਿਊਮਰ ਹੈ, ਉਹਦੀ ਇਨਕਮ ਹੈ 100 ਰੁਪਇਆ ਅਤੇ ਕੰਜੰਪਸ਼ਨ ਉਹਦਾ ਹੈਗਾ 0। ਤਾਂ ਇਸ ਕਰਕੇ APC ਉਹਦੀ 0 ਹੋ ਜੂਗੀ। ਤਾਂ ਇਹਦਾ ਮਤਲਬ ਹੈ ਕਿ ਉਹ ਕੰਜੰਪਸ਼ਨ ਦੇ ਉੱਤੇ ਕੁਛ ਵੀ ਖਰਚਾ ਨਹੀਂ ਕਰ ਰਿਹਾ। ਦੂਜੀ ਸਥਿਤੀ ਜਦੋਂ APC 1 ਦੇ ਬਰਾਬਰ ਹੁੰਦੀ ਹੈ ਤਾਂ ਇਹਦਾ ਮਤਲਬ ਹੈ ਕਿ ਜਿੰਨੀ ਉਹਦੀ ਇਨਕਮ ਹੈ ਕੰਜ਼ਿਊਮਰ ਦੀ ਓਨੀ ਸਾਰੀ ਨੂੰ ਉਹ ਕੰਜੰਪਸ਼ਨ ਦੇ ਉੱਤੇ ਖਰਚ ਕਰ ਦਿੰਦਾ, ਸੇਵ ਨਹੀਂ ਕਰਦਾ।
ਮੰਨ ਲਓ ਕੰਜ਼ਿਊਮਰ ਦੀ ਇਨਕਮ ਹੈ 100 ਰੁਪਇਆ, ਕੰਜੰਪਸ਼ਨ ਦੇ ਉੱਤੇ 100 ਰੁਪਇਆ ਖਰਚ ਕਰ ਦਿੰਦਾ ਹੈ, ਤਾਂ ਉਹਦੀ APC ਹੈ 1 ਦੇ ਬਰਾਬਰ। ਤਾਂ ਇਹ ਸਥਿਤੀਆਂ ਜ਼ੀਰੋ, ਜਦੋਂ APC 0 ਜਾਂ 1 ਦੇ ਬਰਾਬਰ ਹੁੰਦੀ ਹੈ ਤਾਂ ਇਹ ਇੰਡੀਵਿਜੂਅਲ ਲੈਵਲ 'ਤੇ ਤਾਂ ਹੋ ਸਕਦੀਆਂ ਇਹੋ ਜਿਹੀਆਂ ਸਥਿਤੀਆਂ, ਜਾਂ ਕਿਸੇ ਵਿਸ਼ੇਸ਼ ਹਾਲਤ ਦੇ ਵਿੱਚ ਇਹ ਹੋ ਸਕਦਾ ਹੈ, ਪਰ ਆਮ ਤੌਰ 'ਤੇ ਜਾਂ ਨੈਸ਼ਨਲ ਲੈਵਲ 'ਤੇ APC 1 ਤੋਂ ਘੱਟ ਤੇ 0 ਤੋਂ ਜ਼ਿਆਦਾ ਹੁੰਦੀ ਹੈ। ਹਾਂ ਵੀ ਹੁਣ ਆਪਾਂ ਕਰਾਂਗੇ MPC, ਮਾਰਜਨਲ ਪ੍ਰੋਪੈਂਸਿਟੀ ਟੂ ਕੰਜ਼ਿਊਮ। ਮਾਰਜਨਲ ਪ੍ਰੋਪੈਂਸਿਟੀ ਟੂ ਕੰਜ਼ਿਊਮ ਡੈਲਟਾ C ਬਟਾ ਡੈਲਟਾ Y, ਇਸ ਨੂੰ ਲਿਖਦੇ ਹਾਂ ਆਪਾਂ। ਇਨਕਮ ਤੇ ਕੰਜੰਪਸ਼ਨ ਦੀ ਚੇਂਜ ਦੀ ਰੇਸ਼ੋ ਹੈ ਇਹ। ਇਨਕਮ ਚੇਂਜ ਹੋਣ ਦੇ ਨਾਲ ਕੰਜੰਪਸ਼ਨ ਦੇ ਵਿੱਚ ਜਿਹੜਾ ਚੇਂਜ ਆਉਂਦਾ ਉਸ ਨੂੰ MPC ਕਿਹਾ ਜਾਂਦਾ ਹੈ। ਇਸ ਨੂੰ ਵੀ ਆਪਾਂ ਡਾਇਗਰਾਮ ਦੇ ਨਾਲ ਐਕਸਪਲੇਨ ਕਰਾਂਗੇ। OX ਐਕਸਿਸ 'ਤੇ ਹੈ ਡਿਸਪੋਜ਼ੇਬਲ ਇਨਕਮ, Y ਐਕਸਿਸ 'ਤੇ ਹੈ ਪ੍ਰਾਈਵੇਟ ਕੰਜੰਪਸ਼ਨ ਐਕਸਪੈਂਡੀਚਰ, ਜਾਂ ਇਹਨੂੰ ਤੁਸੀਂ ਇਸ ਤਰ੍ਹਾਂ ਹੀ ਕਹਿ ਸਕਦੇ ਹੋ, X ਐਕਸਿਸ 'ਤੇ ਹੈ ਇਨਕਮ ਅਤੇ Y ਐਕਸਿਸ 'ਤੇ ਹੈ ਕੰਜੰਪਸ਼ਨ। ਇਹ ਹੈ ਕੰਜੰਪਸ਼ਨ ਕਰਵ C0C, ਕੰਜੰਪਸ਼ਨ ਕਰਵ ਹੈ। ਇਸ ਕਰਵ ਦੇ ਉੱਤੇ ਆਪਾਂ ਜੇ MPC ਪਤਾ ਕਰਨੀ ਹੈ ਤਾਂ ਕਿਵੇਂ ਕਰਾਂਗੇ? ਮੰਨ ਲਓ ਜਦੋਂ ਇਨਕਮ ਦਾ ਲੈਵਲ Y0 ਹੈ ਤਾਂ ਉਦੋਂ ਕੰਜ਼ਿਊਮਰ C1 Y0 ਦੇ ਬਰਾਬਰ ਵਸਤੂਆਂ ਕੰਜ਼ਿਊਮ ਕਰਦਾ ਹੈ, ਜਾਂ ਕੰਜੰਪਸ਼ਨ ਐਕਸਪੈਂਡੀਚਰ ਉਹਦਾ C1 Y0 ਦੇ ਬਰਾਬਰ ਹੈ ਜਦੋਂ ਉਹਦੀ ਇਨਕਮ Y0 ਹੈ। ਜਦੋਂ ਇਨਕਮ ਵੱਧ ਕੇ Y1 ਹੋ ਜਾਂਦੀ ਹੈ, ਇਨਕਮ ਦਾ ਲੈਵਲ ਵੱਧ ਕੇ Y1 ਹੋ ਗਿਆ, ਤਾਂ ਕੰਜੰਪਸ਼ਨ ਲੈਵਲ ਵੱਧ ਕੇ ਹੋ ਜਾਊਗਾ C2 Y1। ਕੰਜੰਪਸ਼ਨ 'ਚ ਇੰਨਾ ਵਾਧਾ ਹੋ ਗਿਆ। ਹੁਣ ਆਪਾਂ ਦੇਖਦੇ ਹਾਂ ਕਿ ਇਨਕਮ ਦੇ ਵਿੱਚ ਕਿੰਨਾ ਚੇਂਜ ਹੋਇਆ ਅਤੇ ਕੰਜੰਪਸ਼ਨ 'ਚ ਕਿੰਨਾ ਚੇਂਜ ਹੋਇਆ। ਇਨਕਮ ਦਾ ਚੇਂਜ ਹੈ Y0 ਤੋਂ Y1, ਇਨਕਮ ਦੇ ਵਿੱਚ Y0 ਤੋਂ ਲੈ ਕੇ Y1 ਤੱਕ ਦਾ ਵਾਧਾ ਹੋਇਆ, ਜਾਂ ਇੰਨਾ ਇਹਦੇ 'ਚ ਚੇਂਜ ਹੋਇਆ। ਇਸ ਚੇਂਜ ਦੇ ਨਾਲ ਕੰਜੰਪਸ਼ਨ 'ਚ ਕਿੰਨਾ ਚੇਂਜ ਹੋਇਆ? ਪਹਿਲਾਂ ਕੰਜੰਪਸ਼ਨ C1 Y0 ਸੀ, ਹੁਣ ਕੰਜੰਪਸ਼ਨ ਵੱਧ ਕੇ C2 Y1 ਹੋ ਗਿਆ, ਤਾਂ ਕੰਜੰਪਸ਼ਨ 'ਚ ਇੰਨਾ ਚੇਂਜ ਆਇਆ C2 C3 ਤੱਕ ਦਾ। ਕੰਜੰਪਸ਼ਨ ਦੇ ਵਿੱਚ ਚੇਂਜ ਆਇਆ C2 C3, ਇਨਕਮ ਦੇ ਵਿੱਚ ਚੇਂਜ ਆਇਆ C1 C3, ਜਾਂ ਇਹਨੂੰ ਕਹਿ ਸਕਦੇ ਹਾਂ Y0 Y1। ਤਾਂ MPC ਹੈ ਡੈਲਟਾ C ਬਟਾ ਡੈਲਟਾ Y। ਡੈਲਟਾ C ਹੈਗਾ C2 C3 अपॉन डेल्टा Y, चेंज इन इनकम है Y0 Y1। तो इस तरह नाल आपां नूं MPC का पता लग जाता है। कंजंपशन के चेंज नूं ते इनकम के चेंज, कंजंपशन के चेंज ते इनकम के चेंज दे नाल आपां MPC का पता कर सकते हैं। इन्नी इनकम चेंज होने दे नाल इन्ना कंजंपशन चेंज होया, जां इनकम Y0 तो Y1 चेंज हुई है तो कंजंपशन इत्थों C3 तो C2 तक चेंज होया, इन्ना इहदे च वाधा होया। कंजंपशन पहला इन्ना सी जां इन्ना सी C1 Y0, ते हुण कंजंपशन वधी हुई आमदन नाल Y1 दे नाल हो गया C2 Y1। तो इन्ना चेंज आया कंजंपशन दे विच। इस कंजंपशन नूं इस इनकम दे नाल डिवाइड करके आपां नूं MPC का पता लग जाता है। MPC भी 1 तो घट ते 0 तो ज़्यादा हुंदी है। ਇਹਦੇ 'ਚ ਵੀ ਇਹੀ ਕਿਹਾ ਜਾਂਦਾ ਹੈ ਕਿ ਜਦੋਂ ਕਿਸੇ ਕੰਜ਼ਿਊਮਰ ਦੀ ਇਨਕਮ ਚੇਂਜ ਹੁੰਦੀ ਹੈ ਜਾਂ ਇਨਕਮ ਵੱਧਦੀ ਹੈ ਤਾਂ ਉਸ ਵਧੀ ਹੋਈ ਆਮਦਨ ਦੇ ਸਾਰੇ ਹਿੱਸੇ ਨੂੰ ਕੰਜੰਪਸ਼ਨ ਦੇ ਉੱਤੇ ਨਹੀਂ ਖਰਚ ਕਰਦਾ। ਇਸ ਵਧੀ ਹੋਈ ਆਮਦਨ ਨੂੰ ਕੰਜੰਪਸ਼ਨ ਦੇ ਉੱਤੇ ਖਰਚ ਕਰਦਾ ਹੈ, ਪਰ ਸਾਰੀ ਆਮਦਨ ਨੂੰ ਖਰਚ ਨਹੀਂ ਕਰਦਾ। ਕੁਛ ਆਮਦਨ ਉਹ ਇਹਦੇ ਵਿੱਚੋਂ ਬਚਾ ਲੈਂਦਾ। ਜਿਹੜੀ ਉਹਦੀ ਵੱਧਦੀ ਆਮਦਨ ਹੈ ਜਾਂ ਵਧੀ ਹੋਈ ਆਮਦਨ ਹੈ, ਇਸ ਸਾਰੀ ਨੂੰ ਕੰਜੰਪਸ਼ਨ ਦੇ ਉੱਤੇ ਖਰਚ ਨਾ ਕਰਕੇ ਉਸ ਹਿੱਸੇ ਨੂੰ ਬਚਾ ਲੈਂਦਾ। ਇਸ ਕਰਕੇ MPC ਹੈ ਜਿਹੜੀ ਉਹ 1 ਤੋਂ ਘੱਟ ਅਤੇ 0 ਤੋਂ ਜ਼ਿਆਦਾ ਹੁੰਦੀ ਹੈ। ਜਦੋਂ ਹੀ ਕੰਜ਼ਿਊਮਰ ਦੀ ਇਨਕਮ ਵੱਧਦੀ ਹੈ ਤਾਂ ਉਹ ਆਪਦਾ ਕੰਜੰਪਸ਼ਨ ਐਕਸਪੈਂਡੀਚਰ ਜ਼ਰੂਰ ਵਧਾਉਂਦਾ। ਇਸ ਕਰਕੇ MPC 0 ਨਾਲੋਂ ਜ਼ਿਆਦਾ ਹੁੰਦੀ ਹੈ। MPC ਤੇ APC ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਅੰਡਰ ਡਿਵੈਲਪਡ ਇਕੋਨਮੀਜ਼ ਦੇ ਵਿੱਚ ਲੋਕਾਂ ਦੀ APC ਤੇ MPC ਡਿਵੈਲਪਡ ਕੰਟਰੀਜ਼ ਦੇ ਲੋਕਾਂ ਨਾਲੋਂ ਜ਼ਿਆਦਾ ਹੁੰਦੀ ਹੈ। ਅੰਡਰ ਡਿਵੈਲਪਡ ਇਕੋਨਮੀਜ਼ ਦੇ ਵਿੱਚ APC ਤੇ MPC ਡਿਵੈਲਪਡ ਇਕੋਨਮੀਜ਼ ਦੇ ਨਾਲੋਂ ਜ਼ਿਆਦਾ ਹੁੰਦੀ ਹੈ, ਕਿਉਂਕਿ ਅੰਡਰ ਡਿਵੈਲਪਡ ਇਕੋਨਮੀਜ਼ ਦੇ ਵਿੱਚ ਲੋਕਾਂ ਦੀ ਇਨਕਮ ਲੋ ਹੁੰਦੀ ਹੈ, ਘੱਟ ਹੁੰਦੀ ਹੈ। ਇਸ ਕਰਕੇ ਲੋ ਇਨਕਮ ਹੋਣ ਕਰਕੇ ਉਹ ਜ਼ਿਆਦਾ ਹਿੱਸਾ ਕੰਜੰਪਸ਼ਨ ਦੇ ਉੱਤੇ ਖਰਚ ਕਰ ਦਿੰਦੇ ਆ। ਦੂਸਰੀ ਗੱਲ ਇਹਦੇ 'ਚ ਇਹ ਹੈ ਕਿ ਸ਼ਾਰਟ ਪੀਰੀਅਡ ਦੇ ਵਿੱਚ APC ਤੇ MPC ਡਿਮਿਨਿਸ਼ਿੰਗ ਹੁੰਦੀਆਂ। ਸ਼ਾਰਟ ਪੀਰੀਅਡ ਦੇ ਵਿੱਚ APC
ਤੇ MPC ਦੇ ਵਿੱਚ ਘਟਣ ਦੀ ਪ੍ਰਵਿਰਤੀ ਪਾਈ ਜਾਂਦੀ ਹੈ, ਇਹ ਘਟ ਜਾਂਦੀਆਂ। ਲੌਂਗ ਪੀਰੀਅਡ 'ਚ APC ਤੇ MPC ਕੌਂਸਟੈਂਟ ਰਹਿੰਦੀ ਹੈ। ਲੌਂਗ ਪੀਰੀਅਡ ਦੇ ਵਿੱਚ APC ਤੇ MPC ਸਥਿਰ ਰਹਿੰਦੀ ਹੈ, ਇਹਦੇ 'ਚ ਕਿਸੇ ਕਮੀ ਨਹੀਂ ਪਾਈ ਜਾਂਦੀ। APC ਤੇ MPC ਲੌਂਗ ਪੀਰੀਅਡ ਦੇ ਵਿੱਚ ਕੌਂਸਟੈਂਟ ਰਹਿੰਦੀ ਹੈ ਜਾਂ ਸਥਿਰ ਰਹਿੰਦੀ ਹੈ। ਥੈਂਕ ਯੂ ਸਟੂਡੈਂਟਸ।